ਛੇਵੇਂ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਪੰਡਿਤ ਨਿਤਿਆਨੰਦ ਆ ਗਿਆ। ਗਰੁੜ ਪੁਰਾਣ ਦੀ ਕਥਾ ਦੇ ਵਿੱਚ ਬੜਾ ਮਾਹਰ ਸੀ ਤੇ ਆ ਕੇ ਕਹਿੰਦਾ ਕਿ ਜਦੋਂ ਬੰਦਾ ਮਰ ਜਾਂਦਾ ਹੈ ਨਾ ਤੇ ਉਸ ਮਰੇ ਹੋਏ ਵਿਅਕਤੀ ਦੀ ਆਤਮਾ ਜਿਹੜੀ ਹੈ ਨਾ ਉਹ ਪਿੱਤਰ ਲੋਕ 'ਚ 13 ਮਹੀਨੇ 'ਚ ਪਹੁੰਚਦੀ ਹੈ। ਕੋਲ ਭਾਈ ਲਾਲ ਜੀ ਬੈਠੇ ਸੀ, ਕਹਿੰਦੇ ਜੇ ਮੇਰੇ ਗੁਰੂ ਦੀ ਕਿਰਪਾ ਹੋਵੇ ਨਾ ਤੇ ਉਹ 24 ਘੰਟਿਆਂ 'ਚ ਪਹੁੰਚ ਸਕਦੀ ਹੈ। ਹੁਣ ਪੰਡਤ ਜੀ ਬੜੇ ਹੈਰਾਨ ਹੋਏ ਕਿ ਗਰੁੜ ਪੁਰਾਣ ਦੇ ਵਿੱਚ ਪੜ੍ਹਿਆ ਕਿ 13 ਮਹੀਨੇ, ਇਹ ਸਿੱਖ ਕਹਿੰਦਾ 1 ਦਿਨ। ਲਾਗੇ ਭਾਈ ਸਾਹਿਬ ਭਾਈ ਸ਼ਿੰਗਾਰੀ ਜੀ ਬੈਠੇ ਸੀ, ਉਹ ਕਹਿੰਦੇ ਮੇਰੇ ਗੁਰੂ ਦੀ ਕਿਰਪਾ ਹੋਵੇ ਤਾਂ 1 ਪੈਰ 'ਚ ਹੀ ਪਹੁੰਚ ਜਾਂਦਾ। ਹੁਣ ਉਹ ਬੜਾ ਹੈਰਾਨ ਹੋਇਆ ਤੇ ਬੜਾ ਗੁੱਸੇ ਜਿਹੇ ਹੋ ਕੇ ਕਹਿੰਦਾ ਪਾਤਸ਼ਾਹ ਸਿੱਖਾਂ ਨੂੰ ਕਿਹੜੀ ਸਿੱਖਿਆ ਦੇ ਦਿੱਤੀ? ਉਹ ਸਾਡਾ ਗ੍ਰੰਥ ਤਾਂ ਕਹਿੰਦਾ ਕਿ 13 ਮਹੀਨਿਆਂ 'ਚ ਪਹੁੰਚੀਦਾ, ਇੱਕ ਕਹਿੰਦਾ 1 ਦਿਨ 'ਚ ਪਹੁੰਚ ਜੂ, ਦੂਜਾ ਕਹਿੰਦਾ 1 ਪੈਰ 'ਚ ਪਹੁੰਚ ਜੂ। ਤੇ ਪਾਤਸ਼ਾਹ ਕਹਿੰਦੇ ਭਾਈ ਗੁਰਦਾਸ ਨੂੰ ਸੱਦ ਲਓ। ਭਾਈ ਗੁਰਦਾਸ ਨੂੰ ਸੱਦ ਲਿਆ। ਕਹਿੰਦੇ ਭਾਈ ਗੁਰਦਾਸ ਜੀ ਕਿੰਨੇ ਚਿਰ ਤੱਕ ਪਹੁੰਚਦੀ ਹੈ? ਕਹਿੰਦਾ ਜੇ ਗੁਰੂ ਦੀ ਕਿਰਪਾ ਹੋਵੇ ਤਾਂ ਸਫ਼ਰ ਕਰਨ ਦੀ ਲੋੜ ਨਹੀਂ, ਸਾਡਾ ਤੇ ਗੁਰੂ ਦੇ ਚਰਨਾਂ ਦੇ ਵਿੱਚ ਹੀ ਸਤਸੰਗ ਹੈ, ਸਾਡਾ ਤਾਂ ਸਵਰਗ ਹੀ ਇੱਥੇ ਹੈ, ਲੋੜ ਹੀ ਨਹੀਂ। ਪੰਡਤ ਜੀ ਨੂੰ ਫਿਰ ਗੁੱਸਾ ਚੜ੍ਹ ਗਿਆ। ਪਾਤਸ਼ਾਹ ਸਿੱਖਾਂ ਨੂੰ ਸਿਖਾਇਆ ਕੀ ਹੈ? ਗੁਰੂ ਪਾਤਸ਼ਾਹ ਕਹਿੰਦੇ ਸਿਖਾਇਆ ਇਹ ਹੈ ਕਿ ਜੇਕਰ ਸਿੱਖ ਦਾ ਗੁਰੂ ਦੇ ਉੱਪਰ ਨਿਸ਼ਚਾ ਹੈ ਨਾ ਤੇ ਉਹ ਸ਼ਬਦ ਦੇ ਨਾਲ ਜੁੜਿਆ ਹੈ ਤੇ ਉਹਨੂੰ ਜਮ ਲੋਕ ਦਾ ਡਰ ਹੀ ਨਹੀਂ ਹੈਗਾ। ਤੁਸੀਂ ਜੋ ਕੁਝ ਵੀ ਸਿਰਜਿਆ ਉਹ ਭੈ ਦੇ ਵਿੱਚੋਂ ਸਿਰਜਿਆ, ਇੱਕ ਡਰ ਦੇ ਵਿੱਚੋਂ ਸਿਰਜਿਆ। ਪਰ ਜੇਕਰ ਸਿੱਖ ਆਪਣੇ ਗੁਰੂ ਦੇ ਨਾਲ ਜੁੜਿਆ, ਸ਼ਬਦ ਦੇ ਨਾਲ ਜੁੜਿਆ, ਤੇ ਸਿੱਖ ਨੂੰ ਇਸ ਚੀਜ਼ ਦਾ ਡਰ ਹੀ ਨਹੀਂ ਹੈਗਾ। ਔਰ ਇਹ ਬਿਲਕੁਲ ਸੱਚ ਹੈ ਕਿ ਅਸੀਂ ਸਭ ਕੁਝ ਡਰ ਚੋਂ ਸਿਰਜਦੇ ਹਾਂ। ਗੁਰੂ ਨੇ ਸਾਨੂੰ ਨਿਰਭਉ ਨਿਰਵੈਰ ਪਰਮਾਤਮਾ ਦਾ ਸਰੂਪ ਹੋਣ ਵਰਗੀ ਗੱਲ ਦੱਸੀ ਹੈ ਕਿ ਅਸੀਂ ਜਿਹੜੇ ਪਰਮਾਤਮਾ ਦੇ ਗੁਣ ਨੇ ਉਹ ਗ੍ਰਹਿਣ ਕਰਨੇ ਆ। ਤੇ ਅਸੀਂ ਜਿੰਨਾ ਕੁਝ ਵੀ ਹੈ ਆਲੇ ਦੁਆਲੇ ਜਿਹੜੇ ਵੀ ਵਰਤਾਰੇ ਵਾਪਰਦੇ ਨੇ ਨਾ, ਅਸੀਂ ਸਭ ਕੁਝ ਡਰ ਦੇ ਵਿੱਚੋਂ ਸਿਰਜਦੇ ਹਾਂ, ਇੱਕ ਭੈ ਦੇ ਵਿੱਚੋਂ ਸਿਰਜਦੇ ਹਾਂ। ਪਰ ਗੁਰਦੇਵ ਪਾਤਸ਼ਾਹ ਨੇ ਸਾਨੂੰ ਇਸ ਭੈ ਤੋਂ ਮੁਕਤ ਕੀਤਾ ਹੈ। ਜਿਸ ਦਿਨ ਅਸੀਂ ਸ਼ਬਦ ਗੁਰੂ ਦੇ ਉੱਪਰ ਆਪਣਾ ਤਵੱਕਾ ਰੱਖ ਲਵਾਂਗੇ ਨਾ, ਜਿਸ ਦਿਨ ਅਸੀਂ ਗੁਰੂ ਦੀ ਵਿਚਾਰਧਾਰਾ ਦੇ ਨਾਲ ਜੁੜ ਜਾਵਾਂਗੇ ਤੇ ਸੱਚ ਜਾਣੇ ਇਸ ਤਰ੍ਹਾਂ ਦੇ ਸਾਰੇ ਭੈ ਤੋਂ ਮੁਕਤ ਹੋ ਜਾਵਾਂਗੇ। ਪਰ ਉਦਮ ਜ਼ਰੂਰੀ ਹੈ। ਇਹ ਨਹੀਂ ਹੈ ਕਿ ਗੁਰੂ ਸਾਹਿਬ ਨੇ ਸਾਨੂੰ ਕਿਹਾ ਕਿ ਤਵੱਕਾ ਰੱਖ ਲਿਆ ਤੇ ਜ਼ਿੰਦਗੀ ਦੇ ਵਿੱਚ ਉਦਮ ਨਹੀਂ ਕਰਨਾ, ਜ਼ਿੰਦਗੀ ਦੇ ਵਿੱਚ ਅਸੀਂ ਕਿਰਤ ਨਹੀਂ ਕਰਨੀ। ਉਦਮ ਕਰਨਾ ਬੜਾ ਜ਼ਰੂਰੀ ਹੈ। ਇੱਕ ਸੂਫੀ ਮਤ ਦੀਆਂ ਹਕਾਇਤਾਂ ਦੇ ਵਿੱਚ ਇੱਕ ਬੜਾ ਪਿਆਰਾ ਜਿਹਾ ਦ੍ਰਿਸ਼ਟਾਂਤ ਹੈ, ਬੜਾ ਪਿਆਰਾ ਦ੍ਰਿਸ਼ਟਾਂਤ। ਉਹ ਕਹਿੰਦੇ ਕਿ ਬੂ ਅਲੀ ਅਕਬਰ ਅਲੀ ਕਲੰਦਰ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਸੂਫੀ ਫਕੀਰ ਸੀਗੇ। ਬੜਾ ਚਿਰ ਜੰਗਲ ਦੇ ਵਿੱਚ ਭਗਤੀ ਕਰਦੇ ਰਹੇ ਤੇ ਜੰਗਲ ਦੇ ਵਿੱਚ ਭਗਤੀ ਕਰਦਿਆਂ ਪਿਆਸ ਲੱਗੀ ਤੇ ਕੀ ਵੇਖਿਆ ਕਿ ਇੱਕ ਹਿਰਨ ਜਿਹੜਾ ਹੈ ਨਾ ਉਹ ਛਪੜੀ ਦੇ ਕੋਲ ਪਾਣੀ ਪੀ ਰਿਹਾ। ਪਾਣੀ ਬੜਾ ਉੱਪਰ ਸੀ, ਬੜਾ ਸਾਫ਼ ਸੀ, ਪਾਣੀ ਪੀ ਰਿਹਾ ਸੀ। ਤੇ ਇਹ ਜਿਹੜੇ ਅਲੀ ਕਲੰਦਰ ਸਾਹਿਬ ਹੈ ਆਪਣੇ ਕੋਲ ਰੱਸੀ ਤੇ ਡੋਲ ਰੱਖਿਆ ਕਰਦੇ ਸੀ। ਜਦੋਂ ਇਹ ਛਪੜੀ ਦੇ ਕੋਲ ਗਏ ਤੇ ਵੇਖਿਆ ਪਾਣੀ ਥੱਲੇ ਚਲਾ ਗਿਆ। ਬੜੇ ਹੈਰਾਨ ਹੋਏ, ਪਰਮਾਤਮਾ ਨੂੰ ਕਹਿੰਦੇ ਆ ਖੁਦਾਵੰਦ, ਮੈਂ ਇੰਨੀ ਬੰਦਗੀ ਕੀਤੀ, ਇਸ ਹਿਰਨੇ ਤੇ ਕਦੀ ਤੇਰਾ ਨਾਂ ਹੀ ਨਹੀਂ ਲਿਆ ਹੋਣਾ, ਇਹਨੇ ਹਿਰਨੇ ਤੇ ਕੋਈ ਬੰਦਗੀ ਨਹੀਂ ਕੀਤੀ ਹੋਣੀ। ਮੈਂ ਤੇ ਤੇਰੀ ਇੰਨੀ ਬੰਦਗੀ ਕੀਤੀ ਪਰ ਪਾਣੀ ਹਿਰਨੇ ਪੀ ਲਿਆ ਤੇ ਜਦੋਂ ਮੈਂ ਲਾਗੇ ਗਿਆ ਪਾਣੀ ਥੱਲੇ ਚਲਾ ਗਿਆ। ਤੇ ਕਹਿੰਦੇ ਪਰਮਾਤਮਾ ਦੀ ਆਵਾਜ਼ ਆਈ ਕਿ ਉਹਦੇ ਕੋਲ ਵਸੀਲਾ ਕੋਈ ਨਹੀਂ ਸੀ, ਤੇਰੇ ਕੋਲ ਵਸੀਲਾ ਹੈ, ਤੇਰੇ ਕੋਲ ਡੋਲ ਵੀ ਹੈ, ਤੇਰੇ ਕੋਲ ਰੱਸੀ ਵੀ ਹੈ, ਤੂੰ ਪਾਣੀ ਖਿੱਚ ਸਕਦਾ ਹੈ। ਉਹਦਾ ਤਵੱਕਾ ਮੇਰੇ ਉੱਪਰ ਸੀ ਪਰ ਉਹਦੇ ਕੋਲ ਵਸੀਲਾ ਕੋਈ ਨਹੀਂ ਸੀ। ਤੇਰਾ ਤਵੱਕਾ ਹੈ, ਇਸ ਕਰਕੇ ਮੈਂ ਤੈਨੂੰ ਵਸੀਲਾ ਵੀ ਦਿੱਤਾ ਹੈ। ਇਸ ਕਰਕੇ ਅਸੀਂ ਉਦਮ ਵੀ ਕਰਨਾ ਹੈ ਜ਼ਿੰਦਗੀ ਦੇ ਵਿੱਚ, ਅਸੀਂ ਕਿਰਤ ਵੀ ਕਰਨੀ ਹੈ। ਗੁਰਮਤਿ ਵਿਚਾਰਧਾਰਾ ਵਿਹਲੜ ਲੋਕਾਂ ਦਾ ਧਰਮ ਨਹੀਂ ਹੈ, ਇਹ ਕਿਰਤੀ ਲੋਕਾਂ ਦਾ ਧਰਮ ਹੈ, ਇਹ ਕਿਰਤ ਕਰਨ ਵਾਲੇ ਲੋਕਾਂ ਦਾ ਧਰਮ ਹੈ। ਇੱਥੇ ਵਿਹਲੇ ਲੋਕਾਂ ਨੂੰ ਕੋਈ ਜਗ੍ਹਾ ਨਹੀਂ ਇਸ ਧਰਮ ਦੇ ਵਿੱਚ। ਇੱਥੇ ਕਿਰਤ ਕਰਨੀ ਗੁਰਦੇਵ ਪਾਤਸ਼ਾਹ ਨੇ ਸਾਡੇ ਉੱਪਰ ਅਹਿਮ ਬਖਸ਼ਿਸ਼ ਕੀਤੀ ਹੈ ਕਿ ਅਸੀਂ ਕਿਰਤ ਕਰਨੀ ਹੈ। ਤੇ ਕਿਰਤ ਕਰਦਿਆਂ ਜਿਸ ਹਲੇਮੀ ਰਾਜ ਦੀ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਕਿ ਜਿਹੜਾ ਅਸੀਂ ਬਹੁ ਕੇਂਦਰਿਤ ਰਾਜ ਸਿਰਜਣ ਦੀ ਗੱਲ ਕਰਦੇ ਹਾਂ, ਅਸੀਂ ਅਬਚਲ ਨਗਰ ਦੀ ਗੱਲ ਕਰਦੇ ਹਾਂ, ਅਸੀਂ ਬੇਗਮਪੁਰੇ ਦੀ ਗੱਲ ਕਰਦੇ ਹਾਂ, ਅਸੀਂ ਹਲੇਮੀ ਰਾਜ ਦੀ ਗੱਲ ਕਰਦੇ ਹਾਂ, ਉਹਦੇ ਵਿੱਚ ਤੇ ਦੂਜੇ ਰਾਜਾਂ ਦੇ ਵਿੱਚ ਅੰਤਰ ਹੀ ਇਹ ਹੈ ਕਿ ਉਹ ਰਾਜ ਰਾਜਸੀ ਤੌਰ ਦੇ ਉੱਪਰ ਏਕਾ ਕੇਂਦਰਿਤ ਹੁੰਦੇ ਨੇ ਪਰ ਧਰਮ ਬਹੁ ਕੇਂਦਰਿਤ ਹੁੰਦਾ ਹੈ। ਸਾਡੀ ਵਿਚਾਰਧਾਰਾ ਵਿਲੱਖਣ ਇਹ ਹੈ ਕਿ ਅਸੀਂ
ਧਾਰਮਿਕ ਤੌਰ ਤੇ ਏਕਾ ਕੇਂਦਰਿਤ ਹੈ, ਅਸੀਂ ਇੱਕ ਅਕਾਲ ਪੁਰਖ ਨੂੰ ਮੰਨਦੇ ਹਾਂ, ਪਰ ਸਾਡਾ ਰਾਜ ਬਹੁ ਕੇਂਦਰਿਤ ਹੁੰਦਾ ਹੈ। ਸਾਡੇ ਰਾਜ ਦੇ ਵਿੱਚ ਫਕੀਰ ਅਜ਼ੀਜ਼ੁਦੀਨ ਵੀ ਬੈਠਾ ਹੁੰਦਾ ਹੈ, ਸਾਡੇ ਰਾਜ ਦੇ ਵਿੱਚ ਦੀਵਾਨ ਮੋਹਕਮ ਚੰਦ ਵੀ ਬੈਠਾ ਹੁੰਦਾ ਹੈ। ਉਹ ਸਾਡਾ ਖਾਲਸੇ ਦਾ ਰਾਜ ਹੈ। ਤੇ ਇਹ ਨਹੀਂ ਹੈ ਕਿ ਉਹਨਾਂ ਰਾਜਾਂ ਦੇ ਵਿੱਚ ਸਮੱਸਿਆਵਾਂ ਨਹੀਂ ਖੜੀਆਂ ਹੁੰਦੀਆਂ, ਬਿਲਕੁਲ ਹੁੰਦੀਆਂ ਨੇ, ਪਰ ਗੁਰੂ ਕੇ ਸਿੱਖ ਉਹਦਾ ਨਿਵਾਰਨ ਕਿਵੇਂ ਕਰਦੇ ਨੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਉਸ ਰਾਜ ਦਰਬਾਰ ਦੇ ਵਿੱਚ ਇੱਕ ਸ਼ਹਿਰ ਦੇ ਇੱਕ ਫਿਰਕੇ ਦੇ ਲੋਕਾਂ ਨੇ ਆ ਕੇ ਸ਼ਿਕਾਇਤ ਕੀਤੀ ਹੈ, ਮਹਾਰਾਜਾ ਸਾਹਿਬ ਇੱਕ ਸ਼ਿਕਾਇਤ ਹੈ ਸਾਨੂੰ। ਕੀ ਸ਼ਿਕਾਇਤ ਹੈ? ਕਹਿੰਦੇ ਨੇ ਕਿ ਜਦੋਂ ਸਵੇਰੇ ਦਿਨ ਚੜ੍ਹਦਾ ਹੈ, ਅਸੀਂ ਲੋਕ ਸੁੱਤੇ ਹੁੰਨੇ ਆ, ਤੇ ਜਿਹੜੇ ਮੁਸਲਮਾਨਾਂ ਦੇ ਮਸਜਿਦਾਂ ਦੇ ਵਿੱਚ ਮੌਲਵੀ ਨੇ, ਇਹਨਾਂ ਦੇ ਜਿਹੜੇ ਮੁਅੱਜ਼ਿਨ ਨੇ, ਉਹ ਅਜ਼ਾਨ ਦਿੰਦੇ ਨੇ ਉੱਚੀ, ਜਿਹਨੂੰ ਆਪਾਂ ਕਹਿੰਦੇ ਸੀ ਬਾਂਗ ਦਿੰਦੇ ਨੇ, ਤੇ ਜਦੋਂ ਉਹ ਬਾਂਗ ਦਿੰਦੇ ਨੇ ਸਾਡੀ ਨੀਂਦ ਖੁੱਲ ਜਾਂਦੀ ਹੈ। ਇਹਨਾਂ ਦੀ ਬਾਂਗ ਦੇਣੀ ਬੰਦ ਕਰ ਦਿਓ। ਸਮੱਸਿਆ ਕੀ ਹੈ? ਅਸੀਂ ਸੌਣਾ ਹੁੰਦਾ ਹੈ, ਇਹ ਬਾਂਗ ਦਿੰਦੇ ਨੇ ਕਿਉਂਕਿ ਉਹਨਾਂ ਸਵੇਰੇ ਫਜਰ ਦੀ ਨਮਾਜ਼ ਪੜ੍ਹਨੀ ਹੁੰਦੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਸਾਰੀ ਗੱਲ ਨੂੰ ਧਿਆਨ ਨਾਲ ਸੁਣਿਆ, ਕਹਿੰਦਾ ਕੋਈ ਗੱਲ ਨਹੀਂ ਜੀ, ਅਸੀਂ ਉਹਨਾਂ ਨੂੰ ਵੀ ਬੁਲਾ ਲੈਂਦੇ ਹਾਂ। ਕੁਛ ਨੁਮਾਇੰਦੇ ਉਹਨਾਂ ਦੇ ਵੀ ਬੁਲਾ ਲਏ ਤੇ ਉਹਨਾਂ ਨੂੰ ਸਵਾਲ ਕੀਤਾ, ਜੀ ਤੁਸੀਂ ਸਵੇਰੇ ਕੀ ਕਰਦੇ ਹੋ? ਕਹਿੰਦੇ ਜੀ ਅਸੀਂ ਨਮਾਜ਼ੇ ਫਜਰ ਪੜ੍ਹਨੀ ਹੁੰਦੀ ਹੈ, ਉਹਦੇ ਵਾਸਤੇ ਜਿਹੜੇ ਸਾਡੇ ਮੁਅੱਜ਼ਿਨ ਨੇ ਉਹ ਅਜ਼ਾਨ ਦਿੰਦੇ ਨੇ, ਅਸੀਂ ਜਿਹਨੂੰ ਬਾਂਗ ਦੇਣੀ ਕਹਿੰਦੇ ਆ, ਅਸੀਂ ਲੋਕਾਂ ਨੂੰ ਦੱਸਣਾ ਹੁੰਦਾ ਕਿ ਨਮਾਜ਼ ਦਾ ਵਕਤ ਹੋ ਗਿਆ, ਉੱਠ ਕੇ ਖੁਦਾ ਦੀ ਇਬਾਦਤ ਦੇ ਵਿੱਚ ਜੁੜੋ। ਮਹਾਰਾਜਾ ਰਣਜੀਤ ਸਿੰਘ, ਜਿਹੜੇ ਦੂਜੇ ਫਿਰਕੇ ਦੇ ਲੋਕ ਸੀ, ਗੈਰ ਮੁਸਲਮਾਨ ਲੋਕ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ, ਕਹਿੰਦਾ ਠੀਕ ਹੈ ਜੀ, ਕੱਲ ਤੋਂ ਬਾਅਦ ਅਜ਼ਾਨ ਨਹੀਂ ਦੇਣਗੇ। ਬੜੇ ਖੁਸ਼ ਹੋ ਗਏ ਵੀ ਸ਼ੇਰੇ ਪੰਜਾਬ ਨੇ ਤੇ ਬੜਾ ਵਧੀਆ ਫੈਸਲਾ ਕਰ ਦਿੱਤਾ ਹੈ ਕਿ ਰਾਜ ਦੇ ਵਿੱਚ ਹੁਣ ਅਜ਼ਾਨ ਨਹੀਂ ਦਿੱਤੀ ਜਾਵੇਗੀ, ਸਾਡੇ ਸ਼ਹਿਰ ਦੇ ਵਿੱਚ ਹੁਣ ਅਸੀਂ ਆਰਾਮ ਨਾਲ ਸੌਵਾਂਗੇ, ਸਵੇਰੇ ਉੱਠਣਾ ਨਹੀਂ ਪਵੇਗਾ, ਲੋਕੀ ਤੰਗ ਨਹੀਂ ਕਰਨਗੇ। ਪਰ ਇਹ ਜਿਹੜੇ ਲੋਕਾਂ ਨੂੰ ਤੁਹਾਡੀ ਅਜ਼ਾਨ ਪਸੰਦ ਨਹੀਂ ਹੈ ਨਾ, ਇਹ ਘਰ ਘਰ ਜਾ ਕੇ ਤੁਹਾਨੂੰ ਸਵੇਰੇ ਫਜਰ ਦੀ ਨਮਾਜ਼ ਤੋਂ ਪਹਿਲਾਂ ਜਗਾ ਦਿਆ ਕਰਨਗੇ। ਹੁਣ ਬੜੇ ਹੈਰਾਨ ਹੋ ਗਏ ਵੀ ਕਰੀਏ ਕੀ? ਉੱਠਣ ਦਾ ਤਾਂ ਸਿਆਪਾ ਸੀ ਸਾਰਾ, ਵੀ ਉਹ ਆਵਾਜ਼ ਦਿੰਦੇ ਸੀ, ਅਸੀਂ ਉੱਠਣਾ ਨਹੀਂ ਸੀ ਚਾਹੁੰਦੇ, ਹੁਣ ਘਰ ਘਰ ਜਾ ਕੇ ਜਗਾਉਣਾ ਪੈਣਾ। ਇੱਕ ਦਿਨ ਤੇ ਇਸ ਤਰ੍ਹਾਂ ਕੀਤਾ ਤੇ ਦੂਜੇ ਦਿਨ ਹੱਥ ਜੋੜ ਕੇ ਫਿਰ ਦਰਬਾਰ ਦੇ ਵਿੱਚ ਆ ਗਏ। ਸ਼ੇਰੇ ਪੰਜਾਬ ਨੂੰ ਕਹਿੰਦੇ ਜੀ ਉਹਨਾਂ ਨੂੰ ਕਹੋ ਅਜ਼ਾਨ ਦੇ ਲਿਆ ਕਰਨ, ਸਾਨੂੰ ਕੋਈ ਤੰਗੀ ਨਹੀਂ ਹੈ। ਸੋ ਜਿਹੜੀਆਂ ਕਈ ਸਮੱਸਿਆਵਾਂ ਹੁੰਦੀਆਂ ਨੇ ਨਾ, ਉਹ ਇਸ ਤਰ੍ਹਾਂ ਵੀ ਹੱਲ ਹੁੰਦੀਆਂ ਨੇ ਕਿ ਅਸੀਂ ਸਾਰੇ ਫਿਰਕਿਆਂ ਦਾ ਜਿਹੜਾ ਉਹ ਕਿਸ ਤਰ੍ਹਾਂ ਦੇ ਨਾਲ ਸਤਿਕਾਰ ਕਰਨਾ ਹੁੰਦਾ। ਹਰ ਧਰਮ ਦੀ ਇੱਕ ਆਪਣੀ ਮਰਿਆਦਾ ਹੈ, ਔਰ ਜਿਸ ਤਰ੍ਹਾਂ ਦੇ ਨਾਲ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੀ ਧਰਤੀ ਦੇ ਉੱਪਰ ਰਾਜ ਕੀਤਾ ਹੈ। ਵੇਖੋ ਅੱਜ ਦੁਨੀਆ ਦੇ ਲੋਕ, ਅੱਜ ਦੁਨੀਆ ਦੇ ਸਕਾਲਰ, ਅੱਜ ਦੁਨੀਆ ਦੇ ਵਿਦਵਾਨ, ਅੱਜ ਦੁਨੀਆ ਦੇ ਲੋਕ ਜਿਨ੍ਹਾਂ ਨੇ ਉਸ ਸਮੇਂ ਦੇ ਸਾਰੇ ਦੁਨੀਆ ਦੇ ਜਿਹੜੇ ਰਾਜ ਨੇ ਉਹਨਾਂ ਦਾ ਅਧਿਐਨ ਕੀਤਾ, ਕਹਿੰਦੇ ਰਣਜੀਤ ਸਿੰਘ ਵਰਗਾ ਰਾਜ ਕੋਈ ਨਹੀਂ ਸੀ। ਜੇ ਐਜੂਕੇਸ਼ਨ ਦੀ ਗੱਲ ਕਰਦੇ ਨੇ ਤੇ ਕਹਿੰਦੇ ਕਿ ਜਿਵੇਂ ਦਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵਿੱਦਿਆ ਦਾ ਪ੍ਰਬੰਧ ਸੀ, ਉਸ ਸਮੇਂ ਅੰਗਰੇਜ਼ਾਂ ਦੇ ਵੀ ਅਧੀਨ ਇੰਨੇ ਦੇਸ਼ ਸਨ, ਕਿਸੇ ਵੀ ਦੇਸ਼ ਦੇ ਵਿੱਚ ਵਿੱਦਿਆ ਦਾ ਇਵੇਂ ਦਾ ਪ੍ਰਬੰਧ ਨਹੀਂ ਸੀ। ਪਰ ਉਹਦਾ ਕਾਰਨ ਕੀ ਸੀ? ਕਿ ਉਹ ਜਿਹੜਾ ਰਾਜ ਸੀ ਉਹ ਤੁਹਾਡਾ ਬਹੁ ਕੇਂਦਰਿਤ ਸੱਤਾ ਦਾ ਰਾਜ ਸੀ, ਉਹ ਤੁਹਾਡੀ ਉਸ ਵਿਚਾਰਧਾਰਾ ਦਾ ਰਾਜ ਸੀ। ਬੇਸ਼ੱਕ ਮੈਂ ਇਹ ਨਹੀਂ ਕਹਿੰਦਾ ਕਿ ਉਸ ਰਾਜ 'ਚ ਕਮਜ਼ੋਰੀਆਂ ਨਹੀਂ ਸਨ, ਪਰ ਅਸੀਂ ਰਣਜੀਤ ਸਿੰਘ ਨੂੰ ਇੱਕ ਰਾਜੇ ਦੇ ਰੂਪ 'ਚ ਵੇਖੀਏ, ਗੁਰੂ ਦੇ ਰੂਪ 'ਚ ਨਾ ਵੇਖੀਏ। ਸਾਨੂੰ ਰਣਜੀਤ ਸਿੰਘ 'ਚ ਕਮਜ਼ੋਰੀਆਂ ਉਦੋਂ ਨਜ਼ਰ ਆਉਂਦੀਆਂ ਜਦੋਂ ਸਾਨੂੰ ਰਣਜੀਤ ਸਿੰਘ, ਅਸੀਂ ਵੇਖਦੇ ਕਿ ਰਣਜੀਤ ਸਿੰਘ ਪੂਰਾ ਹੀ ਹੋਵੇ ਗੁਰੂ ਵਾਂਗੂ, ਇੰਜ ਨਹੀਂ ਹੋਵੇਗਾ। ਰਣਜੀਤ ਸਿੰਘ ਇੱਕ ਰਾਜਾ ਹੈ, ਰਾਜੇ ਦੇ ਕੋਲ ਰਾਜਨੀਤੀ ਵੀ ਹੁੰਦੀ ਹੈ, ਰਾਜੇ ਦੇ ਕੋਲ ਰਾਜ ਨੂੰ ਚਲਾਉਣ ਦੇ ਜਿਹੜੇ ਪ੍ਰਬੰਧ ਨੇ ਉਹਨਾਂ ਪ੍ਰਬੰਧਾਂ ਦੇ ਵਿੱਚ ਘਾਟਾਂ ਵੀ ਹੁੰਦੀਆਂ ਨੇ ਕਈ ਵਾਰੀ। ਸੋ ਅਸੀਂ ਉਸ ਰੂਪ ਦੇ ਵਿੱਚ ਨਾ ਵੇਖੀਏ, ਸਗੋਂ ਰਣਜੀਤ ਸਿੰਘ ਦੀਆਂ ਜਿਹੜੀਆਂ ਖੂਬੀਆਂ ਨੇ ਅਸੀਂ ਉਹਨਾਂ ਨੂੰ ਗਲੋਰੀਫਾਈ ਕਰੀਏ, ਅਸੀਂ ਆਪਣੇ ਰਾਜ ਦੀ ਗੱਲ ਲੋਕਾਂ ਦੇ ਸਾਹਮਣੇ ਰੱਖੀਏ ਕਿ ਸਾਡਾ ਰਾਜ ਕਿਵੇਂ ਦਾ ਸੀ। ਦੁਨੀਆ ਦੇ ਇਤਿਹਾਸ ਦੇ ਵਿੱਚ ਕਦੀ ਇੱਕ ਵੀ ਮਿਸਾਲ ਮੈਨੂੰ ਕਿਸੇ ਜਿੱਤੇ ਰਾਜੇ ਦੀ ਦੇ ਦਿਓ ਜਿਸ ਰਾਜੇ ਨੇ ਆਪਣੇ ਹਾਰੇ ਹੋਏ ਰਾਜੇ ਨੂੰ ਜਾਂ ਹਾਰੇ ਹੋਏ ਦੁਸ਼ਮਣ ਨੂੰ ਜ਼ਗੀਰ ਦਿੱਤੀ ਹੋਵੇ। ਇੱਕ ਸਿਰਫ ਰਣਜੀਤ ਸਿੰਘ ਦਾ ਰਾਜ ਸੀ ਕਿ ਜਿਸ ਵੀ ਰਾਜ ਦੇ ਉੱਪਰ ਕਬਜ਼ਾ ਕਰਦਾ ਸੀ, ਉਹਦਾ ਚਾਹੇ ਦੁਸ਼ਮਣ ਦਾ ਰਾਜ ਹੁੰਦਾ ਸੀ, ਉਹਨਾਂ ਨੂੰ ਵੀ ਉਹ ਜ਼ਗੀਰ ਦਿੰਦਾ ਸੀ। ਮੁਲਤਾਨ ਜਿਸ ਵੇਲੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਫਤਿਹ ਕੀਤਾ, ਮੁਲਤਾਨ ਦਾ ਹਾਕਮ ਜਿਹੜਾ ਸੀ ਮੁਜ਼ੱਫਰ ਖਾਨ ਮਾਰਿਆ ਗਿਆ। ਉਸਦੇ ਵੱਡੇ 3 ਪੁੱਤ ਉਹ ਵੀ ਮੈਦਾਨੇ ਜੰਗ ਦੇ ਵਿੱਚ ਜੂਝਦੇ ਮਾਰੇ ਗਏ। ਪਰ ਰਣਜੀਤ ਸਿੰਘ ਨੂੰ ਗੁੱਸਾ ਬਹੁਤ ਸੀ। ਉਹਦਾ ਕਾਰਨ ਇਹ ਸੀ
ਕਿ ਮੁਜ਼ੱਫਰ ਖਾਨ ਦੀਆਂ ਤੋਪਾਂ ਨੇ ਸਿੱਖ ਫੌਜ ਦਾ ਨੁਕਸਾਨ ਬੜਾ ਕੀਤਾ ਸੀ। ਇਤਿਹਾਸਕਾਰਾਂ ਦੇ ਮੁਤਾਬਕ 300 ਤੋਂ ਲੈ ਕੇ 350 ਸਿੱਖ ਸ਼ਹੀਦ ਹੋ ਚੁੱਕਾ ਸੀ। ਇੱਕ ਬਰੂਦੀ ਕੁੱਪਾ ਫਟਣ ਦੇ ਨਾਲ, ਅਗਨ ਹਾਂਡੀ ਵੀ ਉਸ ਨੂੰ ਕਿਹਾ ਜਾਂਦਾ ਹੈ, ਟਰੈਬੂਚੇ ਵੀ ਕਿਹਾ ਜਾਂਦਾ ਹੈ, ਉੱਪਰੋਂ ਸੁੱਟਿਆ ਗਿਆ ਬਰੂਦ ਦਾ ਕੁੱਪਾ, ਉਹਦੇ ਕਰਕੇ ਹਰੀ ਸਿੰਘ ਨਲੂਆ ਵੀ ਜ਼ਖਮੀ ਸਨ, ਸਰਦਾਰ ਨਿਧਾਨ ਸਿੰਘ ਜ਼ਖਮੀ ਸਨ, ਅਕਾਲੀ ਫੂਲਾ ਸਿੰਘ ਬੜੇ ਔਖੇ ਤਰੀਕੇ ਦੇ ਨਾਲ ਉਸ ਕਿਲੇ ਦੇ ਵਿੱਚ ਦਾਖਲ ਹੋਏ ਸਨ। ਸੋ ਰਣਜੀਤ ਸਿੰਘ ਦੇ ਮਨ ਦੇ ਵਿੱਚ ਗੁੱਸਾ ਬੜਾ ਸੀ। ਤੇ ਜਦੋਂ ਮੁਜ਼ੱਫਰ ਖਾਨ ਤੇ ਉਸਦੇ 3 ਪੁੱਤ ਮਾਰੇ ਗਏ, ਤਕਰੀਬਨ ਮੁਲਤਾਨ ਦਾ ਕਿਲਾ ਫਤਿਹ ਹੋ ਚੁੱਕਾ ਸੀ, ਤੇ ਉਹਦੇ 2 ਪੁੱਤ ਜਿਹੜੇ ਸੀ ਉਹ ਸਿੱਖਾਂ ਨੇ ਗ੍ਰਿਫਤਾਰ ਕਰ ਲਏ, ਦੋਵੇਂ ਛੋਟੇ ਪੁੱਤ। ਲੜਾਈ ਖਤਮ ਹੋ ਚੁੱਕੀ ਸੀ, ਪਰ ਅਜੇ ਸ਼ਮਸ਼ੀਰਾਂ ਹੱਥਾਂ ਦੇ ਵਿੱਚ ਸਨ। ਸ਼ਮਸ਼ੀਰ ਲੈ ਕੇ ਰਣਜੀਤ ਸਿੰਘ ਵੀ ਉੱਥੇ ਖੜਾ ਸੀ, ਉਹਦੇ ਨਾਲ ਦੇ ਹੋਰ ਸਾਥੀ ਜਰਨੈਲ ਵੀ ਖੜੇ ਸਨ, ਤੇ ਸਾਰੇ ਮੁਲਤਾਨ ਸ਼ਹਿਰ ਦੇ ਲੋਕ ਵੇਖ ਰਹੇ ਸੀ ਕਿ ਹੁਣ ਮੁਜ਼ੱਫਰ ਖਾਨ ਦੇ ਜਿਹੜੇ ਛੋਟੇ 2 ਪੁੱਤ ਫੜੇ ਗਏ ਨੇ ਨਾ, ਹੁਣ ਉਹਨਾਂ ਦੇ ਨਾਲ ਪਤਾ ਨਹੀਂ ਕਿਵੇਂ ਦਾ ਸਲੂਕ ਕੀਤਾ ਜਾਵੇਗਾ। ਸ਼ੇਰੇ ਪੰਜਾਬ ਦੇ ਸਾਹਮਣੇ ਜਦੋਂ ਉਹਨਾਂ ਦੋਵਾਂ ਨੂੰ ਪੇਸ਼ ਕੀਤਾ ਗਿਆ ਤੇ ਲੋਕਾਂ ਦੇ ਸਾਹ ਰੁਕੇ ਹੋਏ ਸੀ, ਕਿਉਂਕਿ ਹੱਥ ਦੇ ਵਿੱਚ ਸ਼ਮਸ਼ੀਰ ਸੀ, ਤੇ ਜਿੰਨੇ ਵੀ ਜਰਨੈਲ ਕੋਲ ਖੜੇ ਸੀ ਉਹ ਵੀ ਮੈਦਾਨੇ ਜੰਗ ਦੇ ਵਿੱਚੋਂ ਲੜ ਕੇ ਹਟੇ ਸੀ। ਮਨ ਦੇ ਵਿੱਚ ਗੁੱਸਾ ਵੀ ਬੜਾ ਸੀ ਕਿ ਸਿੱਖ ਸ਼ਹਾਦਤਾਂ ਵੀ ਬਹੁਤ ਹੋਈਆਂ ਨੇ, ਤੇ ਸਾਰਿਆਂ ਦੇ ਸਾਹ ਰੁਕੇ ਸੀ ਕਿ ਰਣਜੀਤ ਸਿੰਘ ਦੀਆਂ ਅੱਖਾਂ ਦੇ ਵਿੱਚ ਇਸ ਤਰ੍ਹਾਂ ਦਾ ਗੁੱਸਾ ਲੱਗ ਰਿਹਾ ਹੈ ਕਿ ਸ਼ਾਇਦ ਆਪਣੀ ਸ਼ਮਸ਼ੀਰ ਦੇ ਨਾਲ ਦੋਵਾਂ ਦੇ ਸਿਰ ਧੜ ਤੋਂ ਜੁਦਾ ਕਰ ਦੇਵੇਗਾ। ਪਰ ਜਦੋਂ ਮੁਜ਼ੱਫਰ ਖਾਨ ਦੇ ਪੁੱਤ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਸਾਹਮਣੇ ਆਏ ਤੇ ਰਣਜੀਤ ਸਿੰਘ ਨੇ ਸ਼ਮਸ਼ੀਰ ਨੂੰ ਮਿਆਨ ਦੇ ਵਿੱਚ ਪਾ ਲਿਆ, ਤੇ ਮਿਆਨ ਦੇ ਵਿੱਚ ਪਾ ਕੇ ਦੋਵਾਂ ਨੂੰ ਗਲ ਦੇ ਨਾਲ ਲਾ ਕੇ ਪਤਾ ਕੀ ਕਹਿੰਦਾ ਦੁਸ਼ਮਣੀ ਓਨਾ ਚਿਰ ਤੱਕ ਸੀ ਜਿੰਨਾ ਚਿਰ ਤੱਕ ਤੁਸੀਂ ਮੇਰੇ ਖਿਲਾਫ ਮੈਦਾਨੇ ਜੰਗ 'ਚ ਜੂਝ ਰਹੇ ਸੀ। ਹੁਣ ਤੁਸੀਂ ਮੇਰੇ ਦੁਸ਼ਮਣ ਦੇ ਪੁੱਤ ਨਹੀਂ, ਹੁਣ ਤੁਸੀਂ ਮੇਰੀ ਰਿਆਇਆ ਹੋ, ਤੁਸੀਂ ਮੇਰੀ ਪ੍ਰਜਾ ਹੋ, ਤੁਸੀਂ ਅਮੀਰ ਘਰ 'ਚ ਜੰਮੇ ਸੀ, ਤੁਸੀਂ ਬਾਦਸ਼ਾਹ ਦੇ ਪੁੱਤ ਸੀ। ਮੈਂ ਤੁਹਾਨੂੰ ਭਿਖਾਰੀ ਨਹੀਂ ਮੰਨ ਦੇਣਾ, ਤੁਹਾਨੂੰ ਇੱਥੇ ਮੁਲਤਾਨ ਦੇ ਕੋਲ ਜਿਹੜੀ ਮੈਂ 7 ਪਿੰਡਾਂ ਦੀ ਜ਼ਗੀਰ ਬਖਸ਼ਿਸ਼ ਕਰਦਾ, ਉੱਥੇ ਜਾ ਕੇ ਰਾਜ ਕਰੋ। ਇਹ ਸ਼ੇਰੇ ਪੰਜਾਬ ਦਾ ਰਾਜ ਸੀ। ਅੰਗਰੇਜ਼ਾਂ ਨੇ ਜਿੰਨੇ ਵੀ ਰਾਜਾਂ ਨੂੰ ਆਪਣੇ ਕਬਜ਼ੇ 'ਚ ਕੀਤਾ ਹੈ, ਤੁਸੀਂ ਹੁਣ ਅਖਬਾਰਾਂ ਦੇ ਵਿੱਚ ਪੜ੍ਹਿਆ ਨਾ ਕਿ ਔਰੰਗਜ਼ੇਬ ਦੇ ਪਰਿਵਾਰ ਦੇ ਵਿੱਚੋਂ ਜਿਹੜਾ ਉਸਦਾ ਆਖਰੀ ਬੇਟਾ ਸੀ, ਜਿਸ ਨੂੰ ਬਾਅਦ ਦੇ ਵਿੱਚ ਜਲਾਵਤਨ ਕਰ ਦਿੱਤਾ ਗਿਆ, ਬਹਾਦਰ ਸ਼ਾਹ, ਤੇ ਬਹਾਦਰ ਸ਼ਾਹ ਦੀ ਪੋਤ ਨੌ ਤੇ ਨੌ ਜਿਹੜੀ ਹੈ ਉਹ ਬੜੀ ਗਰੀਬੀ 'ਚ ਜੀਵਨ ਬਸਰ ਕਰ ਰਹੀ ਹੈ। ਪਰ ਤੁਸੀਂ ਮੈਨੂੰ ਸ਼ੇਰੇ ਪੰਜਾਬ ਦੇ ਸਮੇਂ ਦਾ ਇੱਕ ਵੀ ਪਰਿਵਾਰ ਦੱਸ ਦਿਓ। ਅੰਗਰੇਜ਼ਾਂ ਨੇ ਜਿੱਥੇ ਵੀ ਕਬਜ਼ਾ ਕੀਤਾ ਹੈ, ਉੱਥੋਂ ਦੇ ਲੋਕਾਂ ਦੇ ਆਰਥਿਕ ਹਾਲਤ ਜਿਹੜੀ ਸੀ ਉਸ ਨੂੰ ਖੋਇਆ ਹੈ, ਉਹਨਾਂ ਦੇ ਹੱਕਾਂ ਨੂੰ ਖੋਇਆ ਹੈ, ਤੇ ਉਹਨਾਂ ਨੂੰ ਰਾਜਿਆਂ ਤੋਂ ਭਿਖਾਰੀ ਬਣਾਇਆ ਹੈ। ਪਰ ਸ਼ੇਰੇ ਪੰਜਾਬ ਨੇ ਕਦੀ ਵੀ ਆਪਣੇ ਦੁਸ਼ਮਣ ਨੂੰ ਭਿਖਾਰੀ ਨਹੀਂ ਬਣਾਇਆ। ਉਸਨੇ ਜ਼ਗੀਰਾਂ ਦੀ ਬਖਸ਼ਿਸ਼ ਕੀਤੀ, ਉਸਨੇ ਆਰਥਿਕ ਸਾਧਨ ਉਹਨਾਂ ਨੂੰ ਦਿੱਤੇ। ਇਹ ਸਾਡੀ ਰਾਜਸੀ ਵਿਚਾਰਧਾਰਾ ਸੀ। ਸੋ ਗੁਰਦੇਵ ਪਾਤਸ਼ਾਹ ਨੇ ਜਿਹੜੀ ਇਸ ਵਿਚਾਰਧਾਰਾ ਦੀ ਸਾਡੇ ਉੱਪਰ ਬਖਸ਼ਿਸ਼ ਕੀਤੀ ਹੈ, ਅੱਜ ਜਦੋਂ ਅਸੀਂ ਗੁਰੂ ਦੀ ਗੋਦ ਦੇ ਵਿੱਚ ਬੈਠਦੇ ਹਾਂ ਨਾ, ਮੈਂ ਗੱਲ ਫਿਰ ਉੱਥੋਂ ਸ਼ੁਰੂ ਕਰਨ ਲੱਗਦਾ ਹਾਂ। ਜਦੋਂ ਅਸੀਂ ਗੁਰੂ ਦੀ ਗੋਦ 'ਚ ਬੈਠਦੇ ਹਾਂ ਤੇ ਜਦੋਂ ਅਸੀਂ ਅਰਦਾਸ ਕਰਦੇ ਹਾਂ ਤੇ ਜਦੋਂ ਅਸੀਂ ਇਹ ਗੱਲ ਕਹਿੰਦੇ ਹਾਂ ਨਾ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਇਹ ਗੱਲ ਉਹੀ ਹੈ ਜਿਹੜੀ ਕਦੀ ਅੰਗਰੇਜ਼ ਕਹਿੰਦੇ ਸੀ ਕਿ ਸਟੇਟ ਵਿਦਿਨ ਸਟੇਟ, ਕਿ ਸਿੱਖ ਬੇਸ਼ੱਕ ਸਰੀਰਕ ਤੌਰ ਤੇ ਗੁਲਾਮ ਹੈ ਪਰ ਉਹ ਮਾਨਸਿਕ ਤੌਰ ਤੇ ਆਜ਼ਾਦ ਹੈ, ਕਿਉਂਕਿ ਆਪਣੇ ਗੁਰੂ ਦੇ ਸਨਮੁਖ ਰਾਜ ਦੀ ਅਰਦਾਸ ਕਰਦਾ ਹੈ, ਉਹ ਖਾਲਸਾ ਰਾਜ ਦੀ ਗੱਲ ਕਰਦਾ ਹੈ। ਇਹੀ ਸਾਡੀ ਆਜ਼ਾਦੀ ਹੈ, ਇਹੀ ਸਾਡੀ ਸ਼ਕਤੀ ਹੈ, ਇਹੀ ਸਾਡੀ ਜ਼ਮੀਰ ਹੈ ਕਿ ਅਸੀਂ ਗੁਰੂ ਦੇ ਸਾਹਮਣੇ ਜਿਹੜੀ ਹੈ ਨਾ, ਦੁਬਾਰਾ ਉਸ ਗੁਰੂ ਦੇ ਸਾਹਮਣੇ ਕੀਤੇ ਪ੍ਰਣ ਨੂੰ ਦੁਹਰਾ ਦਿੰਦੇ ਹਾਂ ਕਿ ਰਾਜ ਕਰੇਗਾ ਖਾਲਸਾ। ਪਰ ਕਦੋਂ? ਜਦੋਂ ਅਸੀਂ ਖਾਲਸੇ ਦੀ ਉਸ ਵਿਚਾਰਧਾਰਾ ਨੂੰ ਸਮਰਪਿਤ ਹੋ ਜਾਵਾਂਗੇ ਜਿਹੜੀ ਵਿਚਾਰਧਾਰਾ ਆਪਸੀ ਵੰਡੀਆਂ ਨੂੰ ਖਤਮ ਕਰਕੇ ਸਾਨੂੰ ਇੱਕ ਦੇ ਨਾਲ ਜੋੜਦੀ ਹੈ। ਉਹ ਵਿਚਾਰਧਾਰਾ ਜਿਸ ਵਿਚਾਰਧਾਰਾ ਦੇ ਵਿੱਚ ਕੁਲ ਦਾ, ਜਾਤ ਦਾ, ਪਾਤ ਦਾ, ਵਡੱਪਨ ਦਾ, ਕੁਲੀਨਤਾ ਦਾ ਸਭ ਕੁਝ ਖਤਮ ਹੋ ਜਾਂਦਾ ਹੈ, ਜਿੱਥੇ ਜਾ ਕੇ ਇਹ ਗੱਲ ਜੁੜ ਜਾਂਦੀ ਹੈ ਕਿ ਸਭ ਸੁਖਾਲੀ ਵੁੱਠੀਆਂ ਇਹ ਹੁਆ ਹਲੇਮੀ ਰਾਜਿਓ। ਜਿੱਥੇ ਇਹ ਗੱਲ ਜੁੜ ਜਾਂਦੀ ਹੈ ਕਿ ਜਿਨ ਕੀ ਜਾਤ ਪਾਤ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨਹੀ ਕੋ ਸਰਦਾਰ ਬਣਾਉ, ਤਬੇ ਗੋਬਿੰਦ ਸਿੰਘ ਨਾਮ ਕਹਾਉ। ਜਦੋਂ ਇਹ ਸਾਡੇ ਚੋਂ ਇਹ ਸਾਰਾ ਕੁਝ, ਇਹ ਵਿਤਕਰਾ, ਇਹ ਦਵੈਤ, ਇਹ ਈਰਖਾ, ਇਹ ਨਫ਼ਰਤ, ਇਹ ਜਾਤੀਵਾਦ, ਇਹ ਭਿੰਨ ਭੇਦ, ਇਹ ਅਛੂਤਪਣਾ, ਜਦੋਂ ਸਭ ਕੁਝ ਖਤਮ ਹੋ ਜਾਵੇਗਾ ਨਾ, ਫਿਰ ਸੱਚ ਜਾਣਿਓ ਅਸੀਂ ਉਸ ਵਿਚਾਰਧਾਰਾ ਦੇ ਵਾਰਿਸ ਬਣ ਸਕਾਂਗੇ ਜਿਹੜੀ ਵਿਚਾਰਧਾਰਾ ਸਾਨੂੰ ਗੁਰਦੇਵ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। 6ਵੇਂ ਪਾਤਸ਼ਾਹ ਦੇ ਇਸ ਪਾਵਨ ਸਥਾਨ ਦੇ ਉੱਪਰ ਅਸੀਂ ਜੁੜੇ ਬੈਠੇ ਹਾਂ, ਤੇ 6ਵੇਂ ਪਾਤਸ਼ਾਹ ਨੇ ਤਾਂ ਜਿਹੜੀ ਸਾਡੇ ਉੱਪਰ ਬਖਸ਼ਿਸ਼ ਕੀਤੀ, ਜਿਹੜੀ ਸਾਡੇ ਉੱਪਰ ਰਹਿਮਤ ਕੀਤੀ,
ਉਹ ਤਾਂ ਹੈ ਹੀ ਬੜੀ ਵਿਲੱਖਣ ਹੈ, ਜਿਸ ਨੂੰ ਅੰਗਰੇਜ਼ਾਂ ਨੇ ਕਿਹਾ ਟਰਨਿੰਗ ਪੁਆਇੰਟ। ਉਹ ਕਹਿੰਦੇ ਨੇ ਕਿ ਇੱਕ ਵੱਖਰਾ ਜਿਹਾ ਬਦਲਾਅ ਸੀ ਕਿ ਜਦੋਂ ਸ਼ਹਾਦਤ ਤੋਂ ਬਾਅਦ, ਨਹੀਂ ਤੇ ਅਕਸਰ ਕੀ ਹੁੰਦਾ ਹੈ, ਤੁਸੀਂ ਬਹੁਤ ਸਾਰੇ ਧਰਮਾਂ ਦੇ ਵਿੱਚ ਬਹੁਤ ਸਾਰੀਆਂ ਸ਼ਹਾਦਤਾਂ ਤੋਂ ਬਾਅਦ ਦੇ ਵਰਤਾਰਿਆਂ ਦਾ ਅਧਿਐਨ ਕਰਿਓ। ਜਦੋਂ ਕਿਸੇ ਇੱਕ ਵਿਅਕਤੀ ਦੀ ਸ਼ਹਾਦਤ ਹੁੰਦੀ ਹੈ, ਇੱਕ ਆਗੂ ਦੀ ਸ਼ਹਾਦਤ ਹੁੰਦੀ ਹੈ, ਇੱਕ ਰਾਜੇ ਦੀ ਸ਼ਹਾਦਤ ਹੁੰਦੀ ਹੈ, ਤੇ ਉਹਦੇ ਤੋਂ ਬਾਅਦ ਜਿਹੜੀ ਉਹਦੀ ਉਮਤ ਹੈ ਨਾ, ਉਹ ਸਦਮੇ 'ਚ ਜਾਂਦੀ ਹੈ, ਉਹ ਸਟ੍ਰੈਸ ਦੇ ਵਿੱਚ ਜਾਂਦੀ ਹੈ। ਪਰ ਇਸ ਚੀਜ਼ ਨੂੰ ਜੇਕਰ ਤੁਸੀਂ ਸਿੱਖ ਨਜ਼ਰੀਏ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਵੇਖਦੇ ਹੋ, ਤੇ ਪੰਚਮ ਪਾਤਸ਼ਾਹ ਦੀ ਸ਼ਹਾਦਤ ਹੁੰਦੀ ਹੈ ਤੇ ਛੇਵੇਂ ਪਾਤਸ਼ਾਹ ਤੇਗਜ਼ਨ ਹੁੰਦੇ ਨੇ। ਤੇ ਛੇਵੇਂ ਪਾਤਸ਼ਾਹ ਉਸ ਸਮੇਂ ਦੀ ਜਿਹੜੀ ਸਟੇਟ ਜਿਹੜੀ ਇਹ ਸਮਝਦੀ ਹੋਵੇਗੀ ਕਿ ਇਸ ਪੰਚਮ ਪਾਤਸ਼ਾਹ ਦੀ ਸ਼ਹਾਦਤ ਦੇ ਨਾਲ ਸਿੱਖਾਂ ਦੇ ਅੰਦਰੋਂ ਗੁਰੂ ਸਾਹਿਬ ਨੇ ਜਿਹੜੀ ਜ਼ਮੀਰ ਨੂੰ ਜੀਣ ਦੀ ਵਿਚਾਰਧਾਰਾ ਦਿੱਤੀ ਸੀ, ਸ਼ਾਇਦ ਉਹ ਖਤਮ ਹੋ ਜਾਵੇਗੀ। ਪਰ ਉਸ ਸਮੇਂ ਤਖਤ ਦੇ ਸਾਹਮਣੇ ਅਕਾਲ ਤਖਤ ਜਿਹੜਾ ਉਹ ਪ੍ਰਗਟ ਕੀਤਾ ਜਾਂਦਾ ਹੈ। ਉਸ ਸਮੇਂ ਢਾਡੀ ਜਦੋਂ ਉਹ ਵਾਰ ਗਾਉਂਦੇ ਨੇ ਨਾ, ਤੇ ਸੱਚ ਜਾਣੇ ਉਹਦੇ 'ਚ ਬੜੀ ਵੱਡੀ ਅਹਿਮੀਅਤ ਹੈ। ਕਿਤੇ ਆਪਣੀ ਮਾਨਸਿਕਤਾ ਨੂੰ ਅਸੀਂ ਉਸ ਸਮੇਂ ਦੇ ਵਿੱਚ ਲੈ ਕੇ ਜਾਈਏ ਜਦੋਂ ਗੁਰਦੇਵ ਪਾਤਸ਼ਾਹ ਨੇ 2 ਤਲਵਾਰਾਂ ਪਹਿਨੀਆਂ ਹੋਣਗੀਆਂ, ਤੇ ਜਦੋਂ ਸੁਰ ਸਿੰਘ ਦੇ ਰਹਿਣ ਵਾਲੇ ਨੱਥਮਲ ਤੇ ਅਬਦੁੱਲਾ ਨੇ ਢੱਡ ਸਰੰਗੀ ਦੇ ਨਾਲ ਇਹ ਵਾਰ ਪੜੀ ਹੋਵੇਗੀ ਕਿ 2 ਤਲਵਾਰੀ ਬੱਧੀਆਂ, ਇੱਕ ਮੀਰ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਾਕੀਰ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਜਿਸ ਵੇਲੇ ਸਟੇਟ ਨੂੰ ਸਭ ਤੋਂ ਵੱਡਾ ਚੈਲੰਜ ਕੀਤਾ ਹੋਵੇਗਾ ਕਿ ਦੇਸ਼ ਦੇ ਰਾਜੇ ਦੀ ਦਸਤਾਰ ਦੀ ਅਹਿਮੀਅਤ ਗੁਰੂ ਦੀ ਦਸਤਾਰ ਦੇ ਸਾਹਮਣੇ ਕੁਝ ਵੀ ਨਹੀਂ ਹੈਗੀ, ਤਾਂ ਉਸ ਸਮੇਂ ਸਟੇਟ ਨੂੰ ਸਭ ਤੋਂ ਵੱਡਾ ਚੈਲੰਜ ਸੀ। ਔਰ ਉਹ ਚੈਲੰਜ ਜਿਹੜਾ ਸੀ, ਮੇਰੇ ਖਿਆਲ ਦੇ ਨਾਲ ਤਕਰੀਬਨ 80-82 ਸਾਲਾਂ ਦੇ ਵਿੱਚ ਆਪਣੇ ਪ੍ਰਗਟ ਰੂਪ ਦੇ ਵਿੱਚ ਸਾਹਮਣੇ ਆ ਗਿਆ, ਜਿਸ ਵੇਲੇ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਦੇ ਉੱਪਰ ਰਾਜ ਕਰਕੇ ਆਪਣੀ ਮੋਹਰ ਦੇ ਉੱਪਰ ਇਹ ਗੱਲ ਲਿਖ ਦਿੱਤੀ, ਤੇਗ ਤੇਗ ਫਤਿਹ ਨੁਸਰਤ ਬੇਦਰੰਗ ਯਾਫਤ ਅਚ ਨਾਨਕ ਗੁਰੂ ਗੋਬਿੰਦ ਸਿੰਘ। ਉਹ ਜਿਹੜੀ ਦੇਗ ਔਰ ਤੇਗ ਦੀ ਗੱਲ ਸੀ ਨਾ, ਅੱਜ ਤੁਹਾਡੇ ਸਾਹਮਣੇ ਜੈ ਜਵਾਨ ਤੇ ਜੈ ਕਿਸਾਨ ਦੇ ਰੂਪ 'ਚ ਆ ਰਹੀ ਹੈ। ਹੁਣ ਉਹਨੂੰ ਉਸੇ ਰੂਪ 'ਚ ਦੇਗ ਔਰ ਤੇਗ, ਜਿਸ ਨੂੰ ਅਸੀਂ ਸੋਸ਼ੀਓ ਐਥੀਕੋ ਪੋਲੀਟੀਕਲ ਸਿਸਟਮ ਦੀ ਗੱਲ ਕਰਦੇ ਹਾਂ, ਉਸ ਰਾਜਸੀ ਨਜ਼ਰੀਏ ਤੋਂ ਹੁਣ ਸੰਭਾਲਣਾ ਤੇ ਇਸ ਲਹਿਰ ਨੂੰ ਖੁਦ ਮੁਖਤਿਆਰੀ ਵਾਲੇ ਪਾਸੇ ਲੈ ਕੇ ਜਾਣਾ, ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਪਿਆਰ ਸਹਿਤ ਆਖਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।